ਪ੍ਰਭੂ ਯੀਸੂ ਮਸੀਹ ਦੀ ਜੈ ਹੋਵੇ। ਅੱਜ ਅਸੀਂ ਇੱਕ ਬਹੁਤ ਹੀ ਖਾਸ ਵਿਸ਼ੇ ਤੇ ਗੱਲ ਕਰਨ ਜਾ ਰਹੇ ਹਾਂ। ਇਹ ਇੱਕ ਉਪਦੇਸ਼ ਹੈ ਜੋ ਅਧੀਨਤਾ ਜਾਂ ਅਧੀਨਗੀ ਦੇ ਸਿਧਾਂਤ ਨੂੰ ਸਮਝਾਉਂਦਾ ਹੈ। ਆਓ ਇਸ ਨੂੰ ਸਮਝਣ ਦੀ ਕੋਸ਼ਿਸ਼ ਕਰੀਏ। ਉਪਦੇਸ਼ ਦੀ ਸ਼ੁਰੂਆਤ ਬਹੁਤ ਹੀ ਸਾਫ਼ ਹੈ। ਇਸ ਸਿੱਧਾ ਮੁੱਦੇ ਤੇ ਆਉਂਦਾ ਹੈ ਕਿ ਅੱਜ ਦਾ ਦਿਨ ਪ੍ਰਭੂ ਦੇ ਅੱਗੇ ਝੁਕਣ ਦਾ, ਆਪਣੇ ਆਪ ਨੂੰ ਪੂਰੀ ਤਰ੍ਹਾਂ ਉਸ ਨੂੰ ਸੌਂਪਣ ਦਾ ਹੈ। ਇਹੀ ਇਸ ਸਾਰੀ ਗੱਲਬਾਤ ਦਾ ਕੇਂਦਰ ਹੈ। ਸਮਰਪਣ ਇੱਕ ਆਤਮਿਕ ਅਭਿਆਸ ਦੇ ਤੌਰ ਤੇ। ਖੈਰ, ਇਸ ਤੋਂ ਪਹਿਲਾਂ ਕਿ ਅਸੀਂ ਇਸ ਵਿੱਚ ਹੋਰ ਡੂੰਘਾਈ ਨਾਲ ਜਾਈਏ, ਇਹ ਜ਼ਰੂਰੀ ਹੈ ਕਿ ਅਸੀਂ ਇਸ ਸ਼ਬਦ ਅਧੀਨਤਾ ਨੂੰ ਸਹੀ ਤਰ੍ਹਾਂ ਸਮਝ ਲਈਏ। ਇਸ ਦਾ ਮਤਲਬ ਕੀ ਹੈ? ਸਿੱਧੇ ਸ਼ਬਦਾਂ 'ਚ ਇਸ ਦਾ ਮਤਲਬ ਹੈ ਆਪਣੀ ਜ਼ਿੰਦਗੀ, ਆਪਣੀ ਮਰਜ਼ੀ, ਸਭ ਕੁਝ ਪੂਰੀ ਤਰ੍ਹਾਂ ਕਿਸੇ ਉੱਚ ਅਧਿਕਾਰੀ ਨੂੰ ਸੌਂਪ ਦੇਣਾ, ਪੂਰਾ ਸਮਰਪਣ। ਤਾਂ ਉਪਦੇਸ਼ ਇਸ ਨੂੰ ਬਹੁਤ ਵਧੀਆ ਢੰਗ ਨਾਲ ਪੇਸ਼ ਕਰਦਾ ਹੈ। ਇਹ ਸਾਨੂੰ ਇੱਕ ਤਰ੍ਹਾਂ ਦਾ ਢਾਂਚਾ, ਇੱਕ ਲੜੀ ਦਿੰਦਾ ਹੈ ਕਿ ਅਧੀਨਤਾ ਕਿਸ ਪ੍ਰਤੀ ਹੋਣੀ ਚਾਹੀਦੀ ਹੈ। ਇਹ ਇੱਕ-ਇੱਕ ਕਰਕੇ ਵੱਖ-ਵੱਖ ਅਧਿਕਾਰੀਆਂ ਬਾਰੇ ਦੱਸਦਾ ਹੈ ਜਿਨ੍ਹਾਂ ਦੇ ਅਧੀਨ ਹੋਣ ਲਈ ਕਿਹਾ ਗਿਆ ਹੈ। ਅਤੇ ਇਸ ਪੂਰੇ ਢਾਂਚੇ ਦੀ ਨੀਂਹ ਸਭ ਤੋਂ ਪਹਿਲਾ ਅਤੇ ਸਭ ਤੋਂ ਜ਼ਰੂਰੀ ਕਦਮ ਹੈ ਪਰਮੇਸ਼ਵਰ ਦੇ ਅਧੀਨ ਹੋਣਾ। ਸਭ ਕੁਝ ਇੱਥੋਂ ਹੀ ਸ਼ੁਰੂ ਹੁੰਦਾ ਹੈ। ਯਾਕੂਬ ਦੀ ਪੱਤਰੀ ਵਿੱਚੋਂ ਇਹ ਆਇਤ ਇਸ ਸਿਧਾਂਤ ਦਾ ਮੂਲ ਹੈ। ਦੇਖੋ, ਇਹ ਕਿਵੇਂ ਪਰਮੇਸ਼ਵਰ ਦੇ ਅਧੀਨ ਹੋਣ ਨੂੰ ਸਿਰਫ ਇੱਕ ਹੁਕਮ ਨਹੀਂ, ਬਲਕਿ ਸ਼ੈਤਾਨ ਦੇ ਵਿਰੁੱਧ ਇੱਕ ਹਥਿਆਰ ਵਜੋਂ ਪੇਸ਼ ਕਰਦੀ ਹੈ। ਜਦੋਂ ਅਸੀਂ ਉਸ ਦੇ ਅਧੀਨ ਹੁੰਦੇ ਹਾਂ ਤਾਂ ਬੁਰਾਈ ਨੂੰ ਭੱਜਣਾ ਪੈਂਦਾ ਹੈ। ਇਹ ਇੱਕ ਤਾਕਤ ਦਾ ਸੋਮਾ ਹੈ। ਪਰਮੇਸ਼ਵਰ ਤੋਂ ਬਾਅਦ ਦੂਜਾ ਨੰਬਰ ਆਉਂਦਾ ਹੈ ਆਤਮਿਕ ਆਗੂਆਂ ਦਾ। ਹਾਂ, ਪਾਦਰੀਆਂ ਅਤੇ ਆਤਮਿਕ ਪਿਤਾਵਾਂ ਦਾ, ਜਿਨ੍ਹਾਂ ਨੂੰ ਇੱਕ ਵੱਡੀ ਜ਼ਿੰਮੇਵਾਰੀ ਦਿੱਤੀ ਗਈ ਹੈ, ਕਲੀਸਿਆ ਦੀਆਂ ਆਤਮਾਵਾਂ ਦੀ ਰਾਖੀ ਕਰਨਾ। ਤਾਂ ਫਿਰ ਸਵਾਲ ਉੱਠਦਾ ਹੈ, ਕਿਉਂ? ਇਬਰਾਨੀਆਂ ਦੀ ਇਹ ਆਇਤ ਸਾਨੂੰ ਦੱਸਦੀ ਹੈ ਕਿ ਇਹ ਆਤਮਿਕ ਜਵਾਬਦੇਹੀ ਦਾ ਮਾਮਲਾ ਹੈ। ਸੋਚੋ ਇਸ ਬਾਰੇ। ਇਹਨਾਂ ਆਗੂਆਂ ਨੇ ਸਾਡੀਆਂ ਜਾਨਾਂ ਦਾ ਲੇਖਾ ਦੇਣਾ ਹੈ, ਇਸ ਲਈ ਉਨ੍ਹਾਂ ਦੀ ਆਗਿਆਕਾਰੀ ਕਰਨਾ ਮਹੱਤਵਪੂਰਨ ਦੱਸਿਆ ਗਿਆ ਹੈ। ਤੀਜੇ ਨੰਬਰ ਤੇ ਗੱਲ ਆਉਂਦੀ ਹੈ ਬਜ਼ੁਰਗਾਂ ਦੀ, ਜਿਹੜੇ ਕਲੀਸਿਆ ਵਿੱਚ ਵੱਡੇ ਹਨ, ਜਿਨ੍ਹਾਂ ਕੋਲ ਜ਼ਿਆਦਾ ਤਜਰਬਾ ਹੈ। ਉਨ੍ਹਾਂ ਪ੍ਰਤੀ ਵੀ ਆਦਰ ਅਤੇ ਅਧੀਨਗੀ ਦਿਖਾਉਣ ਲਈ ਕਿਹਾ ਗਿਆ ਹੈ। ਅਤੇ ਇੱਥੇ ਇੱਕ ਬਹੁਤ ਹੀ ਖਾਸ ਗੱਲ ਸਾਹਮਣੇ ਆਉਂਦੀ ਹੈ। ਪਹਿਲਾ ਪਤਰਸ ਦੀ ਇਹ ਆਇਤ ਅਧੀਨਤਾ ਨੂੰ ਸਿੱਧਾ ਨਿਮਰਤਾ ਨਾਲ ਜੋੜਦੀ ਹੈ। ਇਹ ਕਹਿੰਦੀ ਹੈ ਕਿ ਪਰਮੇਸ਼ਵਰ ਹੰਕਾਰੀਆਂ ਦਾ ਸਾਹਮਣਾ ਕਰਦਾ ਹੈ, ਪਰ ਨਿਮਰ ਲੋਕਾਂ ਤੇ ਆਪਣੀ ਕਿਰਪਾ ਕਰਦਾ ਹੈ। ਤਾਂ ਅਧੀਨਤਾ ਨਿਮਰਤਾ ਦਾ ਪ੍ਰਗਟਾਵਾ ਬਣ ਜਾਂਦੀ ਹੈ। ਇਹ ਸਿਧਾਂਤ ਸਿਰਫ ਕਲੀਸਿਆ ਤੱਕ ਹੀ ਸੀਮਿਤ ਨਹੀਂ ਹੈ। ਨਹੀਂ, ਇਹ ਉਪਦੇਸ਼ ਇਸ ਨੂੰ ਸਾਡੀ ਰੋਜ਼ਾਨਾ ਜ਼ਿੰਦਗੀ, ਸਾਡੇ ਕੰਮਕਾਜ ਦੀ ਥਾਂ ਤੇ ਵੀ ਲਾਗੂ ਕਰਦਾ ਹੈ। ਚੌਥਾ ਨੁਕਤਾ ਹੈ ਸੰਸਾਰਿਕ ਅਧਿਕਾਰੀਆਂ ਅਤੇ ਸਾਡੇ ਮਾਲਕਾਂ ਦੇ ਅਧੀਨ ਹੋਣਾ। ਤੀਤੁਸ ਦੀ ਆਇਤ ਭਾਵੇਂ ਦਾਸਾਂ ਦੀ ਗੱਲ ਕਰਦੀ ਹੈ, ਪਰ ਉਪਦੇਸ਼ ਇਸ ਨੂੰ ਅੱਜ ਦੇ ਸਮੇਂ ਤੇ ਲਾਗੂ ਕਰਦਾ ਹੈ ਸਾਡੀਆਂ ਨੌਕਰੀਆਂ ਤੇ। ਮਤਲਬ ਕਿ ਆਪਣੇ ਮਾਲਕਾਂ ਦੀ ਇੱਜ਼ਤ ਕਰੋ, ਉਨ੍ਹਾਂ ਨੂੰ ਖੁਸ਼ ਰੱਖਣ ਦੀ ਕੋਸ਼ਿਸ਼ ਕਰੋ, ਬਹਿਸ ਨਾ ਕਰੋ। ਇਹ ਰਵੱਈਏ ਦੀ ਗੱਲ ਹੈ, ਭਾਵੇਂ ਤੁਹਾਡਾ ਬੌਸ ਕਿਹੋ ਜਿਹਾ ਵੀ ਹੋਵੇ। ਅਤੇ ਅੰਤ ਵਿੱਚ ਇਹ ਸਿਧਾਂਤ ਸਾਡੇ ਘਰਾਂ ਤੱਕ ਪਹੁੰਚਦਾ ਹੈ। ਪਰਿਵਾਰਿਕ ਢਾਂਚੇ ਦੇ ਅੰਦਰ ਵੀ ਅਧੀਨਗੀ ਦੀ ਗੱਲ ਕੀਤੀ ਗਈ ਹੈ, ਖਾਸ ਕਰਕੇ ਪਤੀ ਅਤੇ ਪਤਨੀ ਦੇ ਰਿਸ਼ਤੇ ਵਿੱਚ। ਅਫਸੀਆਂ ਦੀ ਪੱਤਰੀ ਤੋਂ ਇਹ ਆਇਤ ਇੱਕ ਬਹੁਤ ਹੀ ਡੂੰਘੀ ਤੁਲਨਾ ਕਰਦੀ ਹੈ। ਇਹ ਕਹਿੰਦੀ ਹੈ ਕਿ ਜਿਵੇਂ ਕਲੀਸਿਆ ਮਸੀਹ ਤੇ ਅਧੀਨ ਹੈ, ਉਸੇ ਤਰ੍ਹਾਂ ਪਤਨੀਆਂ ਨੂੰ ਵੀ ਆਪਣੇ ਪਤੀਆਂ ਦੇ ਅਧੀਨ ਹੋਣਾ ਚਾਹੀਦਾ ਹੈ। ਇਹ ਰਿਸ਼ਤਾ ਇੱਕ ਮਾਡਲ ਵਜੋਂ ਪੇਸ਼ ਕੀਤਾ ਗਿਆ ਹੈ। ਹੁਣ ਇੱਥੇ ਇੱਕ ਬਹੁਤ ਵੱਡਾ ਸਵਾਲ ਪੈਦਾ ਹੁੰਦਾ ਹੈ, ਇੱਕ ਵਿਰੋਧਾਭਾਸ। ਇੱਕ ਪਾਸੇ ਕਿਹਾ ਜਾਂਦਾ ਹੈ ਕਿ ਮਸੀਹ ਵਿੱਚ ਆਜ਼ਾਦੀ ਹੈ, ਦੂਜੇ ਪਾਸੇ ਹਰ ਪਾਸੇ ਅਧੀਨ ਹੋਣ ਦੀ ਗੱਲ ਹੋ ਰਹੀ ਹੈ। ਤਾਂ ਫਿਰ ਕੋਈ ਇੱਕੋ ਸਮੇਂ ਆਜ਼ਾਦ ਵੀ ਕਿਵੇਂ ਹੋ ਸਕਦਾ ਹੈ ਅਤੇ ਦਾਸ ਵੀ? ਉਪਦੇਸ਼ ਇਸ ਦਿਲਚਸਪ ਸਵਾਲ ਦਾ ਜਵਾਬ ਦਿੰਦਾ ਹੈ। ਉਪਦੇਸ਼ ਦਾ ਤਰਕ ਇਹ ਹੈ ਕਿ ਅਸਲ ਵਿੱਚ ਹਰ ਕੋਈ ਕਿਸੇ ਨਾ ਕਿਸੇ ਚੀਜ਼ ਦਾ ਗੁਲਾਮ ਹੈ। ਸਵਾਲ ਇਹ ਨਹੀਂ ਹੈ ਕਿ ਅਸੀਂ ਗੁਲਾਮ ਹਾਂ ਜਾਂ ਨਹੀਂ, ਸਵਾਲ ਇਹ ਹੈ ਕਿ ਕਿਸ ਦੇ। ਦੇਖੋ, ਇੱਥੇ ਦੋ ਰਾਹ ਹਨ, ਜਾਂ ਤਾਂ ਪਾਪ ਦੀ ਗੁਲਾਮੀ, ਜਿਸ ਦਾ ਅੰਤ ਮੌਤ ਹੈ, ਜਾਂ ਫਿਰ ਪਰਮੇਸ਼ਵਰ ਦੀ ਆਗਿਆਕਾਰੀ ਦੀ ਗੁਲਾਮੀ, ਜਿਸ ਦਾ ਅੰਤ ਧਾਰਮਿਕਤਾ ਅਤੇ ਜੀਵਨ ਹੈ। 1 ਕੁਰਿੰਥੀਆਂ ਦੀ ਇਹ ਆਇਤ ਇਸ ਵਿਰੋਧਾਭਾਸ ਨੂੰ ਬਹੁਤ ਖੂਬਸੂਰਤੀ ਨਾਲ ਸਮਝਾਉਂਦੀ ਹੈ। ਜੋ ਦੁਨੀਆ ਦੀ ਨਜ਼ਰ ਵਿੱਚ ਦਾਸ ਸੀ, ਉਹ ਪ੍ਰਭੂ ਵਿੱਚ ਆਜ਼ਾਦ ਹੈ, ਅਤੇ ਜੋ ਦੁਨੀਆ ਵਿੱਚ ਆਜ਼ਾਦ ਸੀ, ਉਹ ਮਸੀਹ ਦਾ ਦਾਸ ਹੈ। ਤਾਂ ਦੇਖੋ, ਸਿੱਖਿਆ ਦੇ ਅਨੁਸਾਰ ਅਸਲੀ ਆਤਮਿਕ ਆਜ਼ਾਦੀ ਮਸੀਹ ਦਾ ਦਾਸ ਬਣਨ ਦੀ ਚੋਣ ਵਿੱਚ ਹੀ ਹੈ। ਠੀਕ ਹੈ, ਤਾਂ ਸਭ ਤੋਂ ਵੱਡਾ ਸਵਾਲ, ਅਸੀਂ ਅਧੀਨ ਹੋਈਏ ਹੀ ਕਿਉਂ? ਇਸ ਦਾ ਫਾਇਦਾ ਕੀ ਹੈ? ਇਸ ਦਾ ਮਕਸਦ ਕੀ ਹੈ? ਖੈਰ, ਉਪਦੇਸ਼ ਸਾਨੂੰ ਇਸ ਦੇ ਕਈ ਮੁੱਖ ਲਾਭ ਦੱਸਦਾ ਹੈ। ਇਸ ਦੇ ਕਈ ਫਾਇਦੇ ਹਨ। ਸਭ ਤੋਂ ਪਹਿਲਾਂ, ਤਾਂ ਕਿ ਸਾਨੂੰ ਚੰਗੇ ਕੰਮਾਂ ਲਈ ਵਰਤਿਆ ਜਾ ਸਕੇ।
ਦੂਜਾ, ਸ਼ੈਤਾਨ ਦੇ ਜਾਲ ਤੋਂ ਆਜ਼ਾਦੀ ਮਿਲਦੀ ਹੈ। ਇਹ ਸਾਨੂੰ ਨਿਮਰ ਬਣਾਉਂਦੀ ਹੈ, ਸਾਨੂੰ ਆਗਿਆਕਾਰੀ ਸਿਖਾਉਂਦੀ ਹੈ ਅਤੇ ਅੰਤ ਵਿੱਚ ਇਹ ਇੱਕ ਪਰਖ ਹੈ ਜਿਸ ਤੋਂ ਬਾਅਦ ਬਰਕਤ ਮਿਲਦੀ ਹੈ। ਸੋ ਇਹ ਫਾਇਦੇ ਸਿਰਫ ਆਤਮਕ ਹੀ ਨਹੀਂ ਬਲਕਿ ਸਾਡੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਵਾਲੇ ਵੀ ਹਨ। ਇਸ ਨੂੰ ਸਮਝਣ ਲਈ ਅਲੀਸ਼ਾ ਦੀ ਕਹਾਣੀ ਇੱਕ ਸ਼ਾਨਦਾਰ ਉਦਾਹਰਣ ਹੈ। ਸੋਚੋ, ਉਹ ਖੇਤ ਵਾਹ ਰਿਹਾ ਸੀ, ਆਪਣੀ ਜ਼ਿੰਦਗੀ ਜੀ ਰਿਹਾ ਸੀ। ਏਲੀਆ ਨਬੀ ਆਉਂਦਾ ਹੈ, ਆਪਣਾ ਚੋਗਾ ਉਸ ਤੇ ਪਾਉਂਦਾ ਹੈ, ਇੱਕ ਸੱਦਾ, ਅਤੇ ਅਲੀਸ਼ਾ ਕੀ ਕਰਦਾ ਹੈ? ਉਹ ਸਭ ਕੁਝ, ਆਪਣੇ ਬਲਦ, ਆਪਣਾ ਕੰਮ ਛੱਡ ਕੇ ਤੁਰੰਤ ਏਲੀਆ ਦੇ ਪਿੱਛੇ ਹੋ ਲੈਂਦਾ ਹੈ, ਉਸ ਦਾ ਸੇਵਕ ਬਣ ਜਾਂਦਾ ਹੈ। ਇਹ ਹੈ ਤੁਰੰਤ ਆਗਿਆਕਾਰੀ। ਹੁਣ ਅਸੀਂ ਸਿੱਟੇ ਵੱਲ ਵਧਦੇ ਹਾਂ। ਉਪਦੇਸ਼ ਇਸ ਸਾਰੀ ਗੱਲ ਨੂੰ ਇੱਕ ਬਹੁਤ ਹੀ ਡੂੰਘੇ ਵਿਚਾਰ ਨਾਲ ਜੋੜਦਾ ਹੈ। ਇਹ ਕਹਿੰਦਾ ਹੈ ਕਿ ਅਧੀਨਗੀ ਦਾ ਮਤਲਬ ਕਿਸੇ ਦਾ ਕੰਟਰੋਲ ਕਰਨਾ ਨਹੀਂ ਹੈ। ਨਹੀਂ, ਇਸ ਦਾ ਅਸਲ ਮਕਸਦ ਹੈ ਦਿਲ ਦੀ ਪਰਖ ਕਰਨਾ। ਵਿਵਸਥਾ ਸਾਰ ਦੀ ਇਹ ਆਇਤ ਸਾਨੂੰ ਇਜ਼ਰਾਈਲੀਆਂ ਦੇ ਉਜਾੜ ਦੇ ਸਫ਼ਰ ਦੀ ਯਾਦ ਦਿਲਾਉਂਦੀ ਹੈ। ਪਰਮੇਸ਼ਵਰ ਨੇ ਉਨ੍ਹਾਂ ਨੂੰ ਉੱਥੋਂ ਕਿਉਂ ਲੰਘਾਇਆ? ਲਿਖਿਆ ਹੈ, ਤਾਂ ਜੋ ਤੈਨੂੰ ਅਧੀਨ ਕਰੇ ਅਤੇ ਤੈਨੂੰ ਪਰਖੇ, ਇਹ ਜਾਣਨ ਲਈ ਕਿ ਉਨ੍ਹਾਂ ਦੇ ਦਿਲ ਵਿੱਚ ਕੀ ਸੀ, ਕਿ ਉਹ ਸੱਚਮੁੱਚ ਹੁਕਮ ਮੰਨਣਗੇ। ਤਾਂ ਇਹ ਮੁਸ਼ਕਿਲਾਂ ਤੇ ਹੁਕਮ ਉਨ੍ਹਾਂ ਦੇ ਚਰਿੱਤਰ ਨੂੰ ਪਰਖਣ ਤੇ ਨਿਖਾਰਨ ਲਈ ਸਨ। ਤਾਂ ਅੰਤ ਵਿੱਚ ਸਾਰੀ ਗੱਲ ਇੱਥੇ ਆ ਕੇ ਮੁੱਕਦੀ ਹੈ। ਅਧੀਨਗੀ ਇਹ ਨਿਮਰਤਾ ਪੈਦਾ ਕਰਨ ਦਾ ਇੱਕ ਸਾਧਨ ਹੈ ਅਤੇ ਪਰਮੇਸ਼ਵਰ ਇਸ ਸਿਧਾਂਤ ਨੂੰ ਇਸ ਲਈ ਵਰਤਦਾ ਹੈ ਤਾਂ ਜੋ ਉਹ ਸਾਨੂੰ ਨਿਮਰ ਬਣਾ ਸਕੇ ਅਤੇ ਸਾਡੇ ਅੰਤ ਵਿੱਚ ਸਾਡਾ ਭਲਾ ਕਰ ਸਕੇ ਤੇ ਸਾਨੂੰ ਬਰਕਤ ਦੇ ਸਕੇ। ਅਤੇ ਇੱਥੇ ਅਸੀਂ ਇੱਕ ਅਖੀਰਲੇ ਸਵਾਲ ਨਾਲ ਇਸ ਗੱਲ ਨੂੰ ਖਤਮ ਕਰਦੇ ਹਾਂ। ਉਪਦੇਸ਼ ਕਹਿੰਦਾ ਹੈ ਕਿ ਅਧੀਨਗੀ ਇੱਕ ਮੰਜ਼ਿਲ ਨਹੀਂ, ਇੱਕ ਰਸਤਾ ਹੈ। ਜੇਕਰ ਇਹ ਸੱਚ ਹੈ, ਜੇਕਰ ਆਗਿਆਕਾਰੀ ਪਰਖੇ ਜਾਣ ਅਤੇ ਨਿਮਰ ਹੋਣ ਦਾ ਇੱਕ ਸਫ਼ਰ ਹੈ, ਤਾਂ ਫਿਰ ਸਾਡੀ ਜ਼ਿੰਦਗੀ ਦੇ ਮਕਸਦ ਬਾਰੇ ਸਾਡਾ ਨਜ਼ਰੀਆ ਕਿਵੇਂ ਬਦਲ ਜਾਂਦਾ ਹੈ? ਇਸ ਬਾਰੇ ਜ਼ਰੂਰ ਸੋਚਣਾ।